क्रिश्चियन फ्रीजन ने बाकी ब्राह्मण भी है ने माशाल्लाह जर्सी दे विच भी है ने। ठीक अगर डाइट तुहाडी बैलेंस है और डेफिशिएंट नहीं तुहाडा जानवर हुंदा जी जी विद इन अ ईयर ਉਹਨੂੰ ਬੱਚਾ ਦੇਣਾ ਚਾਹੀਦਾ। ਸਰ ਤੁਹਾਡੇ ਬੱਚੇ ਪ੍ਰੋਜਨੀ ਜਿਹੜਾ ਹੈ ठीक है यानी कि ਤੁਸੀਂ ਆਪਣੀ ਰਿਪਰੋਡਕਸ਼ਨ ਦਾ ਜਿਹੜਾ ਅਮਲ ਹੈ ਹਾਂਜੀ ਹਾਂਜੀ ਬਰੀਡਿੰਗ ਵੱਲ ਤੁਸੀਂ ਯਾਨੀ ਕਿ ਮੇਨ ਤਵੱਜੋ ਉਧਰ ਬਿਲਕੁਲ ਹੁੰਦੀ ਹੈ। ਬਿਲਕੁਲ ठीक है यानी कि मिल्क ਦੇ ਵਿੱਚੋਂ ਤੁਸੀਂ ਆਪਣੀ ਜਿਹੜੀ ਐਕਸਪੈਂਸਸ ਜਿਹੜੇ ਹੈ ਨੇ ਉਹ ਤੁਹਾਡੇ ਪੂਰੇ ਹੋ ਸਕਦੇ। बिस्मिल्लाहिर्रहमानिर्रहीम अस्सलाम वालेकुम फ्रेंड्स, कैसे हैं आप सब लोग। उम्मीद करता हूँ आप सब लोग खैर खैरियत से होंगे। मैं हूँ शेख अब्बास और आप देख रहे हैं मेरा यूट्यूब चैनल। तो फ्रेंड्स आज हम एक कैटल फार्म पे मौजूद हैं, उनके ऑनर हमारे साथ हैं, उनसे आपकी मुलाकात करवाते हैं और उनसे पूछते हैं कि ये काम करते हुए उन्हें कितना अरसा हो गया। अस्सलाम वालेकुम सर जी। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਸਰ? ਅਲਹਮਦੁਲਿल्लाह। ਸਰ ਸਭ ਤੋਂ ਪਹਿਲੇ ਤੇ ਆਪਣਾ ਨਾਮ ਔਰ ਆਪਣੇ ਫਾਰਮ ਦੀ ਲੋਕੇਸ਼ਨ ਦਾ। सर गुलाम मुस्तफा चट्टा, हसनैन कैटल फार्म पुल चट्टा, रियाड़ी रोड मुल्तान। ठीक हो गया। अच्छा सर डेयरी फार्म ਦਾ ਕੰਮ ਕਰਦੇ ਹੋਏ ਕਿੰਨਾ ਅਰਸਾ ਹੋ ਗਿਆ ਤੁਹਾਨੂੰ? सर मैनू हो गए ने जी 12 साल। ਮਾਸ਼ਾਅੱਲਾ। ਤੇ ਸਰ 12 ਸਾਲ ਚ ਇਸ ਕੰਮ ਨੂੰ ਕਿਹਦਾ ਸਮਝਿਆ ਤੁਸੀਂ? अल्हम्दुलिल्लाह बेहतरीन। ठीक हो गया। अच्छा सर ਆਪਣੇ ਕੋਲ ਇਸ ਟਾਈਮ ਕਿਹੜੀ ਨਸਲ ਦੀ ਜਿਹੜੀਆਂ ਨੇ ਨੌ ਗਾਵਾਂ ਨੇ? मेरे को सर है ने होलिस्टिन फ्रीजन ने बाकी ब्राह्मण भी है ने ਮਾਸ਼ਾਅੱਲਾ जर्सी दे विच भी है ने। ਠੀਕ ਹੋ ਗਿਆ। ਤੇ ਸਰ ਆਪਣੀ ਮਿਲਕ ਐਵਰੇਜ ਜਿਹੜੀ ਹੈ ਜੀ, ਇਸ ਜੀ। ਟਾਈਮ ਇੱਕ ਗਾਂ ਕੋਲੋਂ ਕਿੰਨੀ ਲੈ ਰਹੇ ਹੋ ਤੁਸੀਂ? ਸਰ ਐਵਰੇਜ ਜਦੋਂ ਅਸੀਂ ਕਵਾਂਗੇ ਤੇ ਫਿਰ ਐਵਰੇਜ ਤੇ ਸਾਰਿਆਂ ਦੀ ਕਾਊਂਟ ਹੋ ਜਾਏਗੀ ਨਾ। ਹਾਂਜੀ ਪੂਰੇ ਅਗਰ ਇੰਡੀਵਿਜੂਅਲ ਦੀ ਕਰਾਂਗੇ ਉਹ ਤੇ ਕਾਊ ਟੂ ਕਾਊ ਡਿਫਰ ਕਰੇਗੀ। ਠੀਕ ਹੈ। अगर एवरेज करवाएंगे तो 15 तो 20 लीटर। ਐਵਰੇਜ 15 ਤੋਂ 20 ਲੀਟਰ। ਜੀ। ਲੇਕਿਨ ਅਗਰ ਐਸੀ ਤੁਹਾਡੇ ਕੋਲੋਂ ਪੁੱਛੇ ਕੋਈ ਐਸੀ ਨਸਲ ਜਿਹੜੀ ਤੁਹਾਨੂੰ ਜ਼ਿਆਦਾ ਦੁੱਧ ਦੇ ਰਹੀ ਹੈ ਇਸ ਟਾਈਮ ਗਾਂ, जी ਉਹ ਕਿਹੜੀ ਨਸਲ ਦੀ ਗਾਂ ਹੈ? सर फ्रीजन ही है ने जिन्नी प्योरिटी होंदी जाएगी उतना ਉਹਦੀ ਦੁੱਧ ਦੀ ਐਵਰੇਜ ਵੱਧਦੀ ਜਾਏਗੀ ਮਾਸ਼ਾਅੱਲਾ। ਤੇ ਜਿੰਨਾ ਉਹਨੂੰ ਕੰਫਰਟੇਬਲ ਅਸੀਂ ਕਰਦੇ ਜਾਵਾਂਗੇ এনवायरमेंट ਨੂੰ ਉਹਨਾਂ ਉਹ ਜਿਹੜਾ ਹੈ ਨਾ ਅੱਛਾ ਪ੍ਰੋਡਕਸ਼ਨ ਸਰ ਜਿਹੜੀ ਫਰੀਜ਼ਨ ਤੁਸੀਂ ਦੱਸ ਰਹੇ ਹੋ ਜੀ। ਇਹ ਪਿਓਰ ਫਰੀਜ਼ਨ ਰੱਖੀ ਹੋਈ ਜਾਂ ਕ੍ਰਾਸ ਚ? ਜੀ ਮੇਰੇ ਕੋਲ ਕ੍ਰਾਸ ਦੇ ਵਿੱਚ ਜਾਨਵਰ ਨੇ। ਅੱਛਾ ਤੇ ਕ੍ਰਾਸ ਆਪਣੀ ਕੋਈ ਦੇਸੀ ਗਾਈਆਂ ਨਾਲ ਕ੍ਰਾਸ? ਜੀ ਦੇਸੀ ਦੇ ਨਾਲ। ਠੀਕ ਹੋ ਗਿਆ। ਤੇ ਫਰੀਜ਼ਨ ਤੁਸੀਂ ਕਿੰਨਾ ਦੱਸਿਆ ਕਿੰਨੀ ਐਵਰੇਜ ਦੇ? 15 ਤੋਂ 20 ਲੀਟਰ। 15 ਤੋਂ 20 ਲੀਟਰ। ਠੀਕ ਹੋ ਗਿਆ। ਅੱਛਾ ਸਰ 15 ਤੋਂ 20 ਲੀਟਰ ਲੈ ਕੇ ਪਰ ਡੇ ਤੁਸੀਂ ਜਾਨਵਰ ਤੇ ਖਰਚਾ ਕਿੰਨਾ ਕਰ ਰਹੇ ਹੋ ਇੱਕ ਦਿਨ ਦਾ? ਸਰ ਤਕਰੀਬਨ ਇਹ ਜਿਹੜਾ ਮਿਲਕਿੰਗ ਐਨੀਮਲ ਹੈ ਨਾ ਜੀ ਜੀ ਇਹ ਅੱਜ ਜਿਹੜੀ ਮਾਰਕੀਟ ਦੀ ਸਿਚੁਏਸ਼ਨ ਜਾ ਰਹੀ ਹੈ 1500 ਪਲੱਸ ਜਿਹੜਾ ਹੈ ਨਾ ਠੀਕ ਹੋ ਗਿਆ। ਉਹਦਾ ਐਕਸਪੈਂਸ ਆ ਜਾਂਦਾ ਹੈ। ਅੱਛਾ 1500 ਪਲੱਸ। ਜੀ ਠੀਕ ਹੋ ਗਿਆ। ਤੇ ਸਰ 1500 ਪਲੱਸ ਜਿਹੜਾ ਤੁਸੀਂ ਖਰਚਾ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਨੂੰ ਖਾਣ ਲਈ ਕਿਹੜੀ ਸ਼ੈ ਦੇ ਰਹੇ ਹੋ? ਸਰ ਖਾਣ ਦੇ ਵਿੱਚ ਇਹਨਾਂ ਦੀ ਹੈ ਸਾਲੇਜ ਨੇ ਮਿਨਰਲ ਨੇ। ਠੀਕ ਹੋ ਗਿਆ। ਅੱਛਾ ਜੀ ਉਸ ਤੋਂ ਬਾਅਦ ਵੰਡਾ ਇਹਨਾਂ ਦਾ ਆ ਗਿਆ ਜਿਹੜਾ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਮੁxtਲਿਫ ਕੰਪਨੀਆਂ ਦਾ। ਠੀਕ ਹੋ ਗਿਆ। ਉਸ ਤੋਂ ਬਾਅਦ ਮਕਈ ਵਗੈਰਾ ਹੋ ਗਈ। ਹੁਣ ਮੌਸਮ ਚੇਂਜ ਹੋਇਆ, ਮੌਸਮ ਚੇਂਜ ਦੇ ਨਾਲ ਮਕਈ ਸ਼ੀਰਾ ਠੀਕ ਹੋ ਗਿਆ। એનર્ਜੀ ਵਾਸਤੇ ਕੁਝ ਚੀਜ਼ਾਂ ਐਕਸਟਰਾ ਜਿਹੜੀਆਂ ਇਹਨਾਂ ਨੂੰ ਐਡ ਕਰ ਦੇਦੀਆਂ। ਮਾਸ਼ਾਅੱਲਾ। ਤੇ ਸਰ ਵੰਡਾ ਅਗਰ ਪੁੱਛੀਏ ਤੇ ਮੈਕਸਿਮਮ ਇੱਕ ਗਾਂ ਨੂੰ ਇਸ ਟਾਈਮ ਕਿੰਨਾ ਕੁ ਵੰਡਾ ਦੇ ਰਹੇ ਹੋ? ਸਰ ਮੈਕਸਿਮਮ ਕੀ ਇਹ ਤਾਂ ਵੈਸੇ ਯੂਨੀਵਰਸਲ ਜਿਹਾ ਰੂਲ ਹੈ ਕਿ ਜੀ ਜੀ 1/3 ਆਫ ਮਿਲਕ ਜਿਹੜਾ ਹੈ ਨਾ ਜੀ। ਉਹ ਇਹਨਾਂ ਨੂੰ ਮਿਲਣਾ ਚਾਹੀਦਾ। ਠੀਕ ਹੋ ਗਿਆ। ਮਾਸ਼ਾਅੱਲਾ। ਤੇ ਇਹ ਦੱਸੋ ਕਿ ਇਹਨਾਂ ਕੋਲੋਂ ਤੁਸੀਂ ਅੱਗੇ ਜਿਹੜੀ ਨਸਲ ਲੈ ਰਹੇ ਹੋ ਜੀ ਠੀਕ ਹੈ ਉਹ ਕਿਸ ਹਿਸਾਬ ਦੇ ਨਾਲ ਤੁਹਾਡੇ ਕੋਲ ਆ ਰਹੀ ਹੈ ਯਾਨੀ ਕਿ ਸਾਲ ਚ ਕਿੰਨੇ ਕੁ ਬੱਚੇ ਤੁਸੀਂ ਇਹਨਾਂ ਕੋਲ ਲੈ ਰਹੇ ਹੋ? ਸਰ ਅਗਰ ਡਾਈਟ ਤੁਹਾਡੀ ਬੈਲੈਂਸ ਹੈ ਔਰ ਡੈਫੀਸ਼ੀਐਂਟ ਨਹੀਂ ਤੁਹਾਡਾ ਜਾਨਵਰ ਹੁੰਦਾ ਜੀ ਜੀ ਵਿਦ ਇਨ ਅ ਈਅਰ ਉਹਨੂੰ ਬੱਚਾ ਦੇਣਾ ਚਾਹੀਦਾ। ਮਾਸ਼ਾਅੱਲਾ। ਤੇ ਸਰ ਤੁਸੀਂ ਕੀ ਸਮਝਦੇ ਹੋ ਕਿ ਇੱਕ ਜਿਹੜਾ ਡੈਰੀ ਫਾਰਮ ਹੈ ਇਨਕਮ ਦਾ ਜਿਹੜਾ ਮੇਨ ਸੋਰਸ ਹੈ ਉਹ ਤੁਸੀਂ ਕਿਹਨੂੰ ਸਮਝਦੇ ਹੋ? ਸਰ ਤੁਹਾਡੇ ਬੱਚੇ ਪ੍ਰੋਜਨੀ ਜਿਹੜਾ ਹੈ ਠੀਕ ਹੈ ਯਾਨੀ ਕਿ ਤੁਸੀਂ ਆਪਣੀ ਰਿਪਰੋਡਕਸ਼ਨ ਦਾ ਜਿਹੜਾ ਅਮਲ ਹੈ ਹਾਂਜੀ ਬਰੀਡਿੰਗ ਵੱਲ ਤੁਸੀਂ ਮੇਨ ਤਵੱਜੋ ਉਧਰ ਬਿਲਕੁਲ ਹੁੰਦੀ ਹੈ। ਬਿਲਕੁਲ ਠੀਕ ਹੈ ਯਾਨੀ ਕਿ ਮਿਲਕ ਦੇ ਵਿੱਚੋਂ ਤੁਸੀਂ ਆਪਣੀ ਜਿਹੜੀ ਐਕਸਪੈਂਸਸ ਜਿਹੜੇ ਹੈ ਨੇ ਉਹ ਤੁਹਾਡੇ ਪੂਰੇ ਹੋ ਸਕਦੇ ਨੇ ਠੀਕ ਹੋ ਗਿਆ। ਅਗਰ ਮਾਰਕੀਟ ਸਟੇਬਲ ਹੈ ਤੇ। ਠੀਕ ਹੋ ਗਿਆ। ਮਾਰਕੀਟ ਦੀ ਅਨਸਟੇਬਿਲਿਟੀ ਜਿਹੜੀ ਹੈ ਉਹ ਤੇ ਫਿਰ ਅਸਰ ਕਰਦੀ ਹੈ ਠੀਕ ਹੋ ਗਿਆ। ਤੁਹਾਡੇ ਮੇਰੇ ਲੇਕਿਨ ਤੇ ਵੀ ਤੁਸੀਂ ਅਸਰ ਹੈ ਮੇਨ ਉਸਦਾ। ਸੋਰਸ ਜਿਹੜਾ ਦੱਸਿਆ ਉਹ ਤੁਹਾਡੀ ਪ੍ਰੋਡਕਸ਼ਨ ਬੱਚਿਆਂ ਦੀ ਹੈ। ਬੱਚੇ ਦੀ। ਠੀਕ ਹੋ ਗਿਆ। ਸਰ ਇਸ ਟਾਈਮ ਆਪਣੇ ਕੋਲ ਫਾਰਮ ਤੇ ਟੋਟਲ ਕਿੰਨੀਆਂ ਗਾਂ ਮੌਜੂਦ ਜਿਹੜੀਆਂ ਮਿਲਕ ਦੇ ਰਹੀਆਂ ਦੁੱਧ? ਸਾਡੇ ਕੋਲ ਸਰ ਹੈ ਨੇ ਇਸ ਟਾਈਮ ਕੋਈ 25 ਤੋਂ 30 ਜਾਨਵਰ। ਮਾਸ਼ਾਅੱਲਾ। ਔਰ ਪਰ ਡੇ ਸਰ ਮਿਲਕ ਕਿੰਨਾ ਤੁਹਾਡਾ? ਮਿਲਕ ਸਾਡਾ ਹੈ ਜੀ ਤਕਰੀਬਨ 550 ਲੀਟਰ। 550 ਲੀਟਰ। ਠੀਕ ਹੋ ਗਿਆ। ਅੱਛਾ ਸਰ ਹੁਣ ਇਹ ਪੁੱਛੀ ਅਗਰ ਸਾਡੇ ਦੇਖਣੇ ਵਾਲੇ ਨਿਊ ਵੀਵਰਸ ਨੂੰ ਅਗਰ ਉਹ ਇਹ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਹਾਂਜੀ। ਸਟਾਰਟਿੰਗ ਚ ਉਹਨਾਂ ਨੂੰ ਕੀ ਮਸ਼ਵਰਾ ਦਿੰਦੇ ਹੋ ਕਿ ਉਹਨਾਂ ਨੂੰ ਕਿਹੜੀ ਚੀਜ਼ ਤੇ ਮੇਨ ਫੋਕਸ ਕਰਨਾ ਚਾਹੀਦਾ? ਸਰ ਸਭ ਤੋਂ ਪਹਿਲੇ ਜਿਹੜਾ ਹੈ ਅਕਮੋਡੇਸ਼ਨ, ਠੀਕ ਹੋ ਗਿਆ। ਮਾਸ਼ਾਅੱਲਾ। ਫਿਰ ਉਸ ਤੋਂ ਬਾਅਦ ਉਹਨਾਂ ਦੀ ਫੀਡਿੰਗ, ਠੀਕ ਹੋ ਗਿਆ। ਫਿਰ ਥਰਡ ਤੇ ਜਾਨਵਰ ਆਏਗਾ। ਠੀਕ ਹੋ ਗਿਆ। ਤੇ ਸਰ ਤੁਸੀਂ ਕੀ ਮਸ਼ਵਰਾ ਦਿੰਦੇ ਹੋ ਕਿ ਜਿਹੜਾ ਸੈਲੀਜ ਔਰ ਵੰਡਾ ਜਿਹੜੀਆਂ ਇਹ ਚੀਜ਼ਾਂ ਜੀ। ਇਹ ਲੋਕ ਪਰਚੇਜ਼ ਕਰਕੇ ਪਾਵਣ ਜਾਂ ਉਹ ਆਪਣੀ ਜ਼ਮੀਨ ਤੋਂ ਯਾਨੀ ਕਿ ਉਹਨੂੰ ਲਵਣ?
ਸਰ ਅਗਰ ਆਪਣਾ ਤੁਸੀਂ ਮੈਨੇਜ ਕਰ ਸਕਦੇ ਹੋ ਤਾਂ ਵਰਗੀ ਤਾਂ ਅੱਛੀ ਗੱਲ ਹੀ ਕੋਈ ਨਹੀਂ, ठीक हो गया। ਲੇਕਿਨ ਐਟ ਦਾ ਟਾਈਮ ਮੈਂ ਜਿਹੜਾ ਹੈ ਐਟ ਦਾ ਐਂਡ ਟਾਈਮ ਐਸਾ ਵੀ ਮੌਕਾ ਆਉਂਦਾ ਵੀ ਤੁਸੀਂ ਮੈਨੇਜ ਨਹੀਂ ਕਰ ਸਕਦੇ, ਜਾਨਵਰ ਜ਼ਿਆਦਾ ਹੋ ਜਾਂਦੇ ਨੇ ਤੁਹਾਡੇ ਕੋਲ ਜਿਹੜਾ ਹੈ ਨਾ ਕਲਟੀਵੇਟਰ ਵੇਟਿੰਗ ਲੈਂਡ ਜਿਹੜੀ ਹੈ ਉਹ ਥੋੜੀ ਹੈ ਜਾਂ ਕੁਝ ਹੋਰ ਮਾਮਲਾਤ ਨੇ, ਤੁਹਾਨੂੰ ਪਰਚੇਜ਼ ਕਰਨਾ ਪੈਂਦਾ, ਮਾਰਕੀਟ ਦੇ ਨਾਲ ਤਾਂ ਚੱਲਣਾ ਪਏਗਾ, ਤੁਹਾਨੂੰ ਪਰਚੇਜ਼ ਵੀ ਕਰਨਾ ਪਏਗਾ। ਬਿਲਕੁਲ, ਲੇਕਿਨ ਮਾਰਕੀਟ ਕੋਲੋਂ ਅਗਰ ਅਸੀਂ ਪਰਚੇਜ਼ ਕਰੀਏ ਤੇ ਉਹ ਕਾਸਟ ਅਸੀਂ ਉਹਨੂੰ ਕੰਟਰੋਲ ਕਰ ਲਾਂ। ਬਿਲਕੁਲ ਕਾਸਟ ਤੁਹਾਡੀ ਵਧੇਗੀ, ਕਾਸਟ ਵਧੇਗੀ ਜੀ ਬਿਲਕੁਲ। ਯਾਨੀ ਕਿ ਤੁਸੀਂ ਇਸ ਚੀਜ਼ ਨੂੰ ਪ੍ਰੈਫਰ ਨਹੀਂ ਕਰ ਰਹੇ ਕਿ ਮਾਰਕੀਟ ਚੋਂ ਖਰੀਦ ਕੇ ਯਾਨੀ ਕਿ ਇਹਨਾਂ ਨੂੰ ਜਿਹੜਾ ਨਾ ਸੈਲੀਜ ਔਰ ਵੰਡਾ ਸਰ ਦੇਖੋ ਨਾ, ਸੇਵ ਕਰਨੀ ਹੈ ਤੁਸੀਂ ਕਾਸਟ ਜਿਹੜੀ ਜੀ ਜੀ ਹੈ ਉਸ ਦੇ ਵਿੱਚੋਂ ਸੇਵਿੰਗ ਕਰਨੀ ਹੈ। ਬਿਲਕੁਲ ਕੰਪੀਟੀਸ਼ਨ ਜਿਹੜਾ ਹੈ ਮਹਿੰਗਾਈ ਦੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਹੈ, ਬਿਲकुल ਬਿਲकुल ਉਹ ਤੁਸੀਂ ਮਾਰਕੀਟ ਦੇ ਵਿੱਚ ਦਿਓ, ਕਮਾ ਕੇ ਸ਼ਾਮ ਨੂੰ ਘਰ ਬਹਿ ਜਾਓਗੇ। ਬਿਲਕੁਲ। ਅੱਛਾ ਸਰ, ਹੁਣ ਇਹ ਦੱਸੋ ਕਿ ਨਿਊ ਵੀਵਰਸ ਅਗਰ ਇਹ ਕੰਮ ਸਟਾਰਟ ਕਰਨ ਤੇ ਉਹ ਕਿਹੜੀ ਗਾਂ ਲਵਣ, ਕਿਹੜੀ ਨਸਲ ਦੀ, ਔਰ ਉਸ ਟਾਈਮ ਉਹ ਗਾਂ ਮਿਲਕ ਦੇ ਰਹੀ ਹੈ ਕਿ ਨਹੀਂ, ਇਸ ਚੀਜ਼ ਦੇ ਬਾਰੇ ਦੱਸੋ। ਸਰ ਦੇਖੋ, ਮਿਲਕ ਦਿੰਦੀ ਲੈਣਗੇ ਤੇ ਕੋ ਥੋੜਾ ਜਿਹਾ ਉਹਨਾਂ ਦਾ ਸਾਈਕਲ ਜਿਹੜਾ ਚੱਲਣਾ ਸ਼ੁਰੂ ਹੋ ਜਾਏਗਾ ਸਟਾਰਟਿੰਗ ਤੋਂ ਹੀ। ਠੀਕ ਹੋ ਗਿਆ। ਕੁਝ ਮਿਲਕ ਦੀ ਜਿਹੜੀ ਹੈ ਉਹ ਇਨਕਮ ਆਏਗੀ, ਕੁਝ ਉਹਨਾਂ ਦਾ ਜਿਹੜਾ ਹੈ ਨਿਜ਼ਾਮ ਚੱਲੇਗਾ, ਕੁਝ ਉਹ ਆਪਣੀ ਕਾਸਟ ਵਗੈਰਾ ਕੱਢੇਗੀ। ਤੇ ਸਰ ਪ੍ਰਾਈਸ ਮੈਕਸਿਮਮ ਇੱਕ ਗਾਂ ਦੀ ਕਿਹੜੀ ਔਰ ਨਸਲ ਦੇ ਬਾਰੇ ਚ ਵੀ ਦੱਸੋ। ਪ੍ਰਾਈਸ ਸਰ ਜਿਵੇਂ ਮਾਰਕੀਟ ਵੈਰੀ ਕਰ ਰਹੀ ਹੈ ਹਰ ਚੀਜ਼ ਦੇ ਨਾਲ, ਕਾਉ ਦੀ ਵੀ ਵੈਰੀ ਕਰ ਰਹੀ ਹੈ। ਠੀਕ ਹੈ ਸਰ, ਮੌਜੂਦਾ ਟਾਈਮ ਤੁਹਾਨੂੰ 1,50,000 ਦੀ ਵੀ ਗਾय ਮਿਲ ਜਾਏਗੀ, ਤੁਹਾਨੂੰ 15 ਲੱਖ ਰੁਪਏ ਦੀ ਵੀ ਗਾय ਮਿਲ ਜਾਏਗੀ। ਠੀਕ ਹੋ ਗਿਆ। ਤੇ ਹੁਣ ਜਿੰਨਾ ਗੁੜ ਪਾਓਗੇ ਉਹਨਾਂ ਮਿੱਠਾ ਹੁੰਦਾ ਜਾਏਗਾ। लेकिन कोई डिफरेंट कोई होंगे भाई, कोई दसो ऐसा कि भाई कि ਐਵਰੇਜ ਸਰ ਤਕਰੀਬਨ ਤੁਸੀਂ ਕਹੋ ਨਾ ਵੀ ਮੁਨਾਸਿਬ ਗਾਏ ਤਕਰੀਬਨ 5 ਲੱਖ, 5 लाख ਦੀ। ਹਾਂਜੀ ਪਲੱਸ ਮਾਈਨਸ ਦੇ ਵਿੱਚ, ਤੇ ਉਹ ਨਸਲ ਕਿਹੜੀ ਹੋਏਗੀ? ਕ੍ਰਾਸ ਦੇ ਵਿੱਚ ਹੀ। क्रॉस ਦੇ हाँ जी। ਵਿੱਚ। ठीक हो गया, ठीक हो गया सर, बहुत शुक्रिया। थैंक यू जी। जी तो फ्रेंड्स, ये थी आज की वीडियो। उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात करेंगे। तब तक अपने दोस्त शेख अब्बास को दीजिए इजाज़त। अल्लाह हाफिज़।